ਮਹੀਨੇ ਲਈ ਲਾਈਫ ਲਾਈਕ ਲੋਕੀ ਜਾਣਨ ਲੱਗ ਗਏ ਸੀ, ਬਟ ਹੁਣ 2019 20 21 ਗਏ ਆ, 22 ਚੜ੍ਹ ਗਿਆ ਤੇ ਉਹ ਲਾਈਫ ਉੱਥੇ ਹੀ ਸਿੰਪਲ ਹੀ ਚਲੇਗੀ ਆ। ਕੋਈ ਜ਼ਿਆਦਾ ਸਪੋਰਟ ਨਹੀਂ ਮਿਲੀ, ਨਾ ਪਹਿਲਾਂ ਹੀ ਸੀਗੀ ਨਾ ਹੋਣੀ ਆ। खुदा से जुदा कर गए पहले खुद फिर खुदा से जुदा कर गए। ਕਾਫੀ ਵਧੀਆ ਸੀਗਾ, ਸਟੈਂਡਿੰਗ ਓਵੇਸ਼ਨਸ ਵੀ ਮਿਲੀਆਂ ਮੈਨੂੰ। ਕਮਲ ਖਾਨ ਸਰ, ਸਚਿਨ ਅਹੂਜਾ ਜੀ, ਉਹਨਾਂ ਨੇ ਕਾਫੀ ਐਪਰੀਸ਼ੀਏਟ ਵੀ ਕੀਤਾ ਮੇਰੀ ਇੱਕ ਦੋ ਪਰਫਾਰਮੈਂਸਿਸ। YouTube ਤੇ ਵੀ ਤੁਹਾਨੂੰ ਮਿਲ ਜਾਣਗੀਆਂ। ਤੇ ਉਦੋਂ ਤੱਕ ਤਾਂ ਲੱਗਦਾ ਸੀ ਕਿ ਨਹੀਂ, ਮਤਲਬ ਕਿ ਹੁਣ ਚਾਂਸਸ ਹੈਗੇ ਆ ਕਿ ਅਸੀਂ ਵੀ ਸਟਾਰਾਂ ਦੀ ਲਾਈਨ 'ਚ ਆ ਜਾਵਾਂਗੇ, ਬਟ ਕੋਈ ਇੰਨਾ ਜ਼ਿਆਦਾ ਨਹੀਂ। ਮਤਲਬ ਉੱਥੇ ਤੱਕ ਬਹੁਤ ਵਧੀਆ ਸੀ, ਬਟ ਉਸ ਤੋਂ ਬਾਅਦ 'ਚ ਫੇਰ ਲਾਈਫ ਉੱਦਾਂ ਦੀ ਹੈ। ਚਿਰਲਾਉਣ ਵਾਲਿਆ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਤੈਨੂੰ ਐਗਰੀਮੈਂਟ ਤੇਰੇ ਨਾਲ ਸਾਈਨ ਕਰਾਂਗੇ, ਬਟ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਵੀ ਮੈਨੂੰ ਕੁਛ ਨਹੀਂ ਇੱਦਾਂ ਦਾ ਮਤਲਬ ਕਿ ਦੱਸਿਆ, ਨਾ ਕੋਈ ਕਾਲ ਹੀ ਆਈ ਉਹਨਾਂ ਵੱਲੋਂ। ਤੇ ਉਸ ਤੋਂ ਬਾਅਦ ਵਿੱਚ ਤਾਂ ਜ਼ਿਆਦਾ ਕੁਛ ਨਹੀਂ ਸੀਗਾ। ਮਤਲਬ ਉਦੋਂ ਵੀ 2100 5100 ਤੇ ਸ਼ੋਅ ਕਰਦੀ ਸੀ, ਅੱਜ ਵੀ ਉਹੀ ਲਾਈਕ ਹਜੇ ਚੱਲ ਰਿਹਾ, ਹਜੇ ਤੱਕ ਤਾਂ ਉਹੀ ਚੱਲ ਰਿਹਾ। ਕਦੇ ਟਿਕਦੇ ਨਹੀਂ 12 ਤੋਂ ਜ਼ਿਆਦਾ ਹੀ ਕੰਟੈਸਟੈਂਟ ਸੀਗੇ, ਜਿਨ੍ਹਾਂ ਵਿੱਚੋਂ ਕਿ ਹੁਣ ਤੱਕ ਸਕੋਪ ਮਿਲਿਆ। ਤੇ ਇੱਕ ਸੁਖਪ੍ਰੀਤ ਮੇਰੀ ਫਰੈਂਡ ਹੀ ਆ ਉਹ ਵੀ, ਤੇ ਇੱਕ ਰਿਤੂ ਚਸਕੂਨਾ, ਉਹਨਾਂ ਦਾ ਵੀ ਵਧੀਆ ਹੀ ਚੱਲਦਾ ਪਿਆ। ਬਟ ਉਸ ਤੋਂ ਬਾਅਦ ਵਿੱਚ ਮੈਨੂੰ ਲੱਗਦਾ ਨਹੀਂ ਹੈਗਾ, ਸਾਰੇ ਬਾਕੀ ਮੇਰੇ ਵਰਗੇ ਹੀ ਆ, ਸਾਰੇ ਮੇਰੇ ਨਾਲ ਅਟੈਚ ਆ। ਹਜੇ ਤੱਕ ਸਾਰੇ ਸਟਰਗਲ ਹੀ ਕਰ ਰਹੇ ਆ। ਸਾਧਨਾ छोड़ेगी तेरी बदनामियां तेरा नाम सी मैं को बस। ਸਕਿੱਲ ਹੈਗੀ ਜਾਂ ਟੈਲੈਂਟ ਹੈਗਾ ਕਿ ਜਿਹਨੂੰ ਹਰ ਕੋਈ ਹੀ ਪਸੰਦ ਕਰਦਾ ਹੈ, ਤੇ ਕੋਈ ਸੋਚਦਾ ਕਿ ਇਹਦੇ 'ਚ ਅੱਗੇ ਵਧਾਂਗੇ, ਕੋਈ ਸੋਚਦਾ ਕਿ ਚਲੋ ਅਸੀਂ ਇਹਨੂੰ ਹੀ ਅੱਗੇ ਲੈ ਕੇ ਜਾਵਾਂਗੇ, ਹੈ ਨਾ। ਤੇ ਮਤਲਬ ਮੇਰੇ ਦਿਲ ਵਿੱਚ ਵੀ ਇਹ ਚੀਜ਼ ਹੈ ਕਿ ਆਈ ਵਿਸ਼ ਕਿ ਕੋਈ ਸਪੋਰਟ ਲਾਈਕ ਮਿਲੇ ਕਿਸੇ ਵਧੀਆ ਪਰਸਨ ਵੱਲੋਂ, ਕਿ ਹਾਂ ਜਿਹੜਾ ਵੀ ਸੰਗੀਤ ਨੂੰ ਪਿਆਰ ਕਰਦਾ ਹੋਊਗਾ। ਤੇ ਜੇ ਨਾ ਮਿਲਿਆ ਤੇ ਮੈਂ ਤਾਂ ਆਪਣੀ ਕੋਸ਼ਿਸ਼ 6 ਸਾਲਾਂ ਤੋਂ ਕਰਦੀ ਆ ਰਹੀ ਹਾਂ ਤੇ ਕਰੂੰਗੀ। ਰਲਾਉਣ ਵਾਲਿਆ ਇਹ ਜੋੜਾ ਚਾਂਦੀ ਵਾਲਾ ਜੋੜਾ ਤੇਰਾ ਦਿੱਤਾ ਜੋੜਾ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਬਹੁਤ ਸਵਾਗਤ ਹੈ। ਇੰਡੀਆ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਪਲੇਟਫਾਰਮ ਨੇ ਜਿੱਥੇ ਗਾਇਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ। ਇੰਡੀਆ ਵਿੱਚ ਚੈਨਲ ਦੀ ਗੱਲ ਕਰ ਲਈਏ, ਚੈਨਲ ਦੇ ਉੱਤੇ ਆ ਕੇ ਜੱਜਮੈਂਟ ਕੀਤਾ ਜਾਂਦਾ ਹੈ ਗਾਇਕਾਂ ਨੂੰ, ਕਿੰਨਾ ਕੁ ਵਧੀਆ ਗਾਇਕ ਗਾਣੇ ਗਾਉਂਦੇ ਨੇ, ਇਨਾਮ ਵੀ ਦਿੱਤੇ ਜਾਂਦੇ ਨੇ, ਪ੍ਰਾਈਜ਼ ਵੀ ਉੱਥੇ ਦਿੱਤੇ ਜਾਂਦੇ ਨੇ। ਪਰ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ, ਜਦੋਂ ਕੋਈ ਗਾਇਕ ਵਧੀਆ ਸਿੰਗਿੰਗ ਕਰਕੇ ਪਲੇਟਫਾਰਮ 'ਤੇ ਜਾਂਦਾ ਹੈ, ਉਹ ਫਾਈਨਲ ਨਹੀਂ ਜਿੱਤ ਪਾਉਂਦਾ, ਤੇ ਬਾਕੀ ਗਾਇਕਾਂ ਦਾ ਬਣਦਾ ਕੀ ਹੈ। ਕੁਆਟਰ ਫਾਈਨਲ ਦੀ ਗੱਲ ਕਰ ਲਈਏ, ਉਸ ਵੱਲ ਅਲੱਗ-ਅਲੱਗ ਤਰੀਕੇ ਨਾਲ ਪੜਾਅ ਹੁੰਦੇ ਨੇ। ਸੈਮੀਫਾਈਨਲ ਦੀ ਗੱਲ ਕਰ ਲਈਏ, ਉੱਥੋਂ ਤੱਕ ਤਾਂ ਪਹੁੰਚ ਜਾਂਦੇ ਨੇ, ਪਰ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਜਾਂ ਉਹਨਾਂ ਦੇ ਕੈਰੀਅਰ ਕੀ ਵਾਕਈ ਹੀ ਸਟਰਗਲ ਵਾਲਾ ਹੁੰਦਾ ਕਿ ਉਹਨਾਂ ਨੂੰ ਕੰਮ ਮਿਲ ਜਾਂਦਾ ਹੈ। ਇਹ ਅਹਿਮ ਸਵਾਲ ਹੁੰਦਾ ਹੈ। ਗ੍ਰੈਂਡ ਫਾਈਨਲ 'ਚ ਜੋ ਜਾਂਦਾ ਹੈ, ਉਸ ਤੋਂ ਬਾਅਦ ਜਿੱਤ ਜਾਂਦਾ ਜਿਹੜਾ ਸ਼ਖਸ, ਉਹ ਕਿਤੇ ਨਾ ਕਿਤੇ ਜਾ ਕੇ ਉਹਦੀ ਕੋਈ ਬਾਂਹ ਫੜ ਲੈਂਦਾ ਹੈ। ਚਾਹੇ ਬੋਲੀਵੁੱਡ ਦੀ ਗੱਲ ਕਰ ਲਈਏ, ਚਾਹੇ ਪੰਜਾਬ 'ਚ ਵੀ ਗੱਲ ਕਰ ਲਈਏ, ਪਰ ਜਿਹੜੇ ਨਹੀਂ ਜਿੱਤ ਪਾਉਂਦੇ ਉਹਨਾਂ ਦੇ ਕੀ ਹਾਲਾਤ ਹੁੰਦੇ ਨੇ, ਇਹ ਸਭ ਤੋਂ ਅਹਿਮ ਸਵਾਲ ਹੈ। ਤੇ ਸਾਡੇ ਨਾਲ ਇੱਕ ਇਹੋ ਜਿਹੇ ਸ਼ਖਸ ਨੇ ਜੋ ਵਾਇਸ ਆਫ ਪੰਜਾਬ ਵਿੱਚ ਗਏ ਸੀ 2019 ਦੀ ਗੱਲ ਕਰੀਏ, ਉੱਥੇ ਗਏ, ਉੱਥੋਂ ਤੱਕ ਵਧੀਆ ਗਾਇਆ ਇਹਨਾਂ ਨੇ, ਕੁਆਟਰ ਫਾਈਨਲ ਤੱਕ ਵੀ ਗਏ, ਸੈਮੀਫਾਈਨਲ ਤੱਕ ਵੀ ਗਏ, ਪਰ ਜਿੱਤੇ ਨਹੀਂ ਉਹ। ਫਿਰ ਉਹ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਜੇ ਜਿੱਤ ਨਹੀਂ ਪਾਏ ਕਿ ਵਾਕਈ ਹੀ ਗਾਇਕੀ ਹੈ, ਜਾਂ ਜੋ ਇਹਨਾਂ ਨੇ ਗਾਇਆ ਉੱਥੇ ਉਸ ਗਾਇਕੀ ਨੂੰ ਨਕਾਰ ਦਿੱਤਾ ਗਿਆ, ਜਾਂ ਇਹਨਾਂ ਨੇ ਜੋ ਵੀ ਆਪਣੇ ਪਰਫਾਰਮ ਉੱਥੇ ਦਿੱਤਾ, ਉੱਥੇ ਸਟਰਗਲ ਕਰਕੇ ਪਹੁੰਚੇ, ਤਾਂ ਹੁਣ ਕੀ ਕਿਸੇ ਨੇ ਇਹਨਾਂ ਦੀ ਬਾਂਹ ਫੜੀ। ਸਾਡਾ ਲਾਹੀ ਸੋਲ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਲਾਹੀ ਬਾਬਾ, ਸਵਾਗਤ ਹੈ ਪੰਜਾਬ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਜੀ। ਮੈਂ ਜਿਵੇਂ ਜ਼ਿਕਰ ਕੀਤਾ, ਤੁਸੀਂ ਵਾਇਸ ਆਫ ਪੰਜਾਬ ਦੇ ਵਿੱਚ ਗਏ, ਜਾ ਕੇ ਉੱਥੇ ਗਾਣਾ ਵੀ ਗਾਇਆ, ਉੱਥੇ ਜੱਜਿਸ ਨੇ ਵੀ ਕਿਹਾ ਬਹੁਤ ਵਧੀਆ ਗਾਉਂਦੇ ਹੋ, ਉੱਥੇ ਤੱਕ ਤਾਂ ਪਹੁੰਚ ਗਏ। ਹੁਣ ਤੁਹਾਡੀ ਗਾਇਕੀ ਨੂੰ ਕੀ ਨਕਾਰਿਆ ਗਿਆ, ਜਾਂ ਨਕਾਰ ਦਿੱਤਾ ਗਿਆ ਵੀ ਹੁਣ ਅੱਗੇ ਪਰਫਾਰਮ ਨਹੀਂ ਕਰ ਪਾਏ, ਜਾਂ ਕਿਸੇ ਨੇ ਬਾਂਹ ਨਹੀਂ ਫੜੀ? ਜਿਹੜੇ ਫਾਈਨਲ ਜਿੱਤ ਜਾਂਦੇ ਨੇ ਉਹਨਾਂ ਨੂੰ ਚਾਂਸ ਵੀ ਮਿਲ ਜਾਂਦਾ, ਉਹ ਅੱਗੇ ਜਾ ਕੇ ਮੂਵੀ ਦੀ ਗੱਲ ਕਰ ਲਈ, ਜਾਂ ਵੈਸੇ ਹੀ ਪਲੇਟਫਾਰਮ, ਵੱਡੇ ਪਲੇਟਫਾਰਮ 'ਤੇ ਜਾ ਕੇ ਪਰਫਾਰਮ ਕਰਦੇ ਨੇ। ਫਿਰ ਜਿਹੜੇ ਗਾਇਕ ਰਹਿ ਜਾਂਦੇ ਨੇ, ਜਿਵੇਂ ਤੁਸੀਂ ਵੀ ਰਹਿ ਗਏ ਸੀ, ਉਹਨਾਂ ਦੇ ਹਾਲਾਤ ਜਾਂ ਉਹਨਾਂ ਦੀ ਸਿਚੁਏਸ਼ਨ ਕਿਵੇਂ ਹੁੰਦੀ ਉਸ ਤੋਂ ਬਾਅਦ? ਸਰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਪਰਫਾਰਮ ਉੱਥੇ ਤੱਕ ਪਹੁੰਚਣਾ ਹੀ ਪਹਿਲੀ ਗੱਲ ਤਾਂ ਬਹੁਤ ਵੱਡੀ ਗੱਲ। ਹਜ਼ਾਰਾਂ ਲੋਕਾਂ 'ਚੋਂ ਅਸੀਂ ਉੱਥੇ ਤੱਕ ਪਹੁੰਚਦੇ ਹਾਂ, ਪਰ ਇੱਕ ਮਤਲਬ ਆਸ ਬਣ ਜਾਂਦੀ ਹੈ ਕਿ ਚਲੋ ਐਡੇ ਵੱਡੇ ਪਲੇਟਫਾਰਮ 'ਤੇ ਹਜ਼ਾਰਾਂ ਲੋਕਾਂ 'ਚ ਗਏ ਆ ਤੇ ਕੁਛ ਤਾਂ ਬਣੂਗਾ ਹੀ ਜ਼ਿੰਦਗੀ ਦੇ ਵਿੱਚ। ਬਟ ਉਸ ਤੋਂ ਬਾਅਦ ਵਿੱਚ ਕੁਛ ਜ਼ਿਆਦਾ ਤਾਂ ਲਾਈਫ ਨਹੀਂ ਚੇਂਜ ਹੋਈ, ਬਿਕਾਜ਼ ਮੈਨੂੰ 6 ਸਾਲ ਹੋ ਗਿਆ ਗਾਉਂਦੀ ਨੂੰ, ਤੇ ਮੈਂ ਜਗਰਾਤਿਆਂ 'ਚ ਪਰਫਾਰਮ ਕੀਤਾ, ਸੂਫੀ ਸ਼ੋਜ਼ ਵੀ ਕਰਦੀ ਸੀਗੀ।
ਤੇ ਉਸ ਤੋਂ ਪਹਿਲਾਂ ਵੀ ਕਰਦੀ ਸੀ, ਉਸ ਤੋਂ ਬਾਅਦ ਵਿੱਚ ਵੀ ਕਰਦੀ, ਕੁਝ ਜ਼ਿਆਦਾ ਚੇਂਜ ਨਹੀਂ ਹੈ। ਮਤਲਬ 1-2 ਮਹੀਨੇ ਲਈ ਲਾਈਫ ਲਾਈਕ ਲੋਕੀ ਜਾਣਨ ਲੱਗ ਗਏ ਸੀ, ਬਟ ਹੁਣ 2019 20 21 ਗਏ ਆ, 22 ਚੜ ਗਿਆ ਤੇ ਉਹ ਲਾਈਫ ਉੱਥੇ ਹੀ ਸਿੰਪਲ ਹੀ ਚਲੇਗੀ ਆ। ਕੋਈ ਜ਼ਿਆਦਾ ਸਪੋਰਟ ਨਹੀਂ ਮਿਲੀ, ਨਾ ਪਹਿਲਾਂ ਹੀ ਸੀਗੀ ਨਾ ਹੋਣੀ ਆ। ਸਿਰਫ ਮਤਲਬ ਆਪਣੇ ਹੀ ਸਿਰ ਤੇ ਸਟਰਗਲ ਕਰਕੇ ਹਜੇ ਤੱਕ ਤਾਂ ਅੱਗੇ ਵਧ ਰਿਹਾ, ਕੋਈ ਜ਼ਿਆਦਾ ਸਕੋਪ ਨਹੀਂ ਮਿਲਿਆ ਇਸ ਤੋਂ ਬਾਅਦ ਵਿੱਚ ਮੈਨੂੰ। ਬਸ ਪੰਜਾਬ 'ਚ ਕਿਵੇਂ ਚਲੇਗੀ ਸੀ, ਉੱਥੇ ਕਿਵੇਂ ਐਂਟਰੀ ਹੋ ਗਈ ਸੀ? ਉੱਥੇ ਸਰ ਲਾਈਕ ਜਿੱਦਾਂ ਆਪਣੇ ਐਡਸ ਆਉਂਦੀਆਂ ਆ ਪੀਟੀਸੀ ਪੰਜਾਬੀ ਤੇ ਉੱਥੋਂ ਦੇਖਿਆ, ਆਡੀਸ਼ਨ ਦੇਖੇ, ਆਡੀਸ਼ਨ ਦੀ ਡੇਟ ਦੇਖੀ, ਫਿਰ ਉੱਥੇ ਗਏ। ਆਪਣੇ ਬ੍ਰਦਰ ਨਾਲ ਹੀ ਗਈ ਸੀਗੀ ਮੈਂ, ਤੇ ਉੱਥੇ ਜਾ ਕੇ ਪਰਫਾਰਮ ਕੀਤਾ। ਮਤਲਬ ਪਤਾ ਲੱਗਦਾ ਤਾਂ ਨਹੀਂ ਸੀਗਾ ਕਿ ਸ਼ਾਇਦ ਹੀ ਮੇਰੀ ਸਿਲੈਕਸ਼ਨ ਹੋ ਗਈ। ਹਾਊਐਵਰ ਮਤਲਬ ਮੈਨੂੰ ਸਿਲੈਕਟ ਕਰ ਲਿਆ ਗਿਆ, ਮੈਗਾ ਆਡੀਸ਼ਨ ਵੀ ਪਾਸ ਕਰ ਲਿਆ ਤੇ ਮੈਨੂੰ ਮਤਲਬ ਪਤਾ ਸੀਗਾ ਹਰ ਸਾਲ ਹੀ ਵੌਇਸ ਆਫ ਪੰਜਾਬ ਆਉਂਦਾ ਆ, ਤੇ ਮੈਂ ਪੂਰੇ 6 ਮਹੀਨੇ ਲਾਈਕ ਸੌਂਗਸ ਦੀ ਸਿਲੈਕਸ਼ਨ ਕੀਤੀ, ਫਿਰ ਉਹਨਾਂ ਨੂੰ ਪ੍ਰੈਕਟਿਸ ਕੀਤੀ ਤੇ ਗਈ ਉੱਥੇ, ਤੇ ਸਿਲੈਕਸ਼ਨ ਵੀ ਹੋ ਗਈ। ਟੌਪ ਫਾਈਨਲ ਮਤਲਬ ਕਿ ਸੈਮੀ ਫਾਈਨਲ ਤੱਕ ਗਈ, ਟੌਪ 7 ਤੱਕ, ਤੇ ਕਾਫੀ ਵਧੀਆ ਸੀਗਾ। ਸਟੈਂਡਿੰਗ ਓਵੇਸ਼ਨਸ ਵੀ ਮਿਲੀਆਂ ਮੈਨੂੰ। ਕਮਲ ਖਾਨ ਸਰ, ਸਚਿਨ ਅਹੂਜਾ ਜੀ, ਉਹਨਾਂ ਨੇ ਕਾਫੀ ਐਪਰੀਸ਼ੀਏਟ ਵੀ ਕੀਤਾ ਮੇਰੀ 1-2 ਪਰਫਾਰਮੈਂਸਿਸ। YouTube ਤੇ ਵੀ ਤੁਹਾਨੂੰ ਮਿਲ ਜਾਣਗੀਆਂ। ਤੇ ਉਦੋਂ ਤੱਕ ਤਾਂ ਲੱਗਦਾ ਸੀ ਕਿ ਨਹੀਂ ਮਤਲਬ ਕਿ ਹੁਣ ਚਾਂਸਸ ਹੈਗੇ ਆ ਕਿ ਅਸੀਂ ਵੀ ਸਟਾਰਾਂ ਦੀ ਲਾਈਨ 'ਚ ਆ ਜਾਵਾਂਗੇ, ਬਟ ਕੋਈ ਇੰਨਾ ਜ਼ਿਆਦਾ ਨਹੀਂ। ਮਤਲਬ ਉੱਥੇ ਤੱਕ ਬਹੁਤ ਵਧੀਆ ਸੀ, ਬਟ ਉਸ ਤੋਂ ਬਾਅਦ 'ਚ ਫੇਰ ਲਾਈਫ ਉੱਦਾਂ ਦੀ ਹੀ ਰਹੀ। ਕਿਹੜੇ ਪੜਾਅ ਤੱਕ ਤੁਸੀਂ ਚਲੇ ਗਏ ਸੀ? ਮੈਂ ਟੌਪ 7 ਸੈਮੀ ਫਾਈਨਲਸ ਤੱਕ ਗਈ ਸੀ। ਗ੍ਰੈਂਡ ਫਿਨਾਲੇ ਤੋਂ ਜਸਟ ਇੱਕ ਐਪੀਸੋਡ ਰਹਿ ਗਿਆ ਸੀਗਾ ਜਦੋਂ ਮੇਰੀ ਐਲੀਮੀਨੇਸ਼ਨ ਹੋ ਗਈ ਸੀਗੀ। ਹੁਣ ਜੋ ਉੱਥੇ ਤੱਕ ਤੁਸੀਂ ਗਏ, ਜਿਵੇਂ ਹੁਣ ਕਿਹਾ ਜਾਂਦਾ ਜਿੰਨੇ ਤੁਸੀਂ ਗਾਣੇ ਗਾਏ ਤੁਹਾਨੂੰ ਸਟੈਂਡਿੰਗ ਓਵੇਸ਼ਨ ਵੀ ਉਸ ਵਿੱਚ ਮਿਲੀ, ਤੇ ਜਦੋਂ ਵਾਪਸ ਤੁਸੀਂ ਆ ਗਏ, ਚਲੋ ਜਦ ਤੱਕ ਟੀਵੀ ਤੇ ਦਿਖਦੇ ਰਹੇ ਤਾਂ ਚਰਚਾ ਹੁੰਦੀ ਸੀ, ਉਸ ਤੋਂ ਬਾਅਦ ਆ ਕੇ ਕਿਸੇ ਨੇ ਗੱਲਬਾਤ ਕੀਤੀ ਜਾਂ ਕਿਹਾ ਵੀ ਠੀਕ ਹੈ ਜਿੰਨਾ ਤੁਸੀਂ ਗਾਇਆ ਵਧੀਆ ਗਾਇਆ ਸੀ, ਤੁਹਾਨੂੰ ਕੋਈ ਚਾਂਸ ਦੇਣਾ ਜਾਂ ਤੁਹਾਨੂੰ ਕੋਈ ਮੌਕਾ ਦੇਣਾ? ਜਦੋਂ ਮੈਂ ਉੱਥੇ ਸੀਗੀ, ਮੇਰੀ ਪਰਫਾਰਮੈਂਸ ਨੂੰ, ਸਟੇਜ ਪਰਫਾਰਮੈਂਸ ਨੂੰ ਦੇਖ ਕੇ ਸ਼੍ਰੀ ਸੁਰਿੰਦਰ ਬੱਚਨ ਸਰ ਜੀ, ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਤੈਨੂੰ ਐਗਰੀਮੈਂਟ ਤੇਰੇ ਨਾਲ ਸਾਈਨ ਕਰਾਂਗੇ, ਬਟ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਵੀ ਮੈਨੂੰ ਕੁਛ ਨਹੀਂ ਇੱਦਾਂ ਦਾ ਮਤਲਬ ਕਿ ਦੱਸਿਆ, ਨਾ ਕੋਈ ਕਾਲ ਹੀ ਆਈ ਉਹਨਾਂ ਵੱਲੋਂ। ਤੇ ਉਸ ਤੋਂ ਬਾਅਦ ਵਿੱਚ ਤਾਂ ਜ਼ਿਆਦਾ ਕੁਛ ਨਹੀਂ ਸੀਗਾ। ਮਤਲਬ ਉਦੋਂ ਵੀ 2100 5100 ਤੇ ਸ਼ੋਅ ਕਰਦੀ ਸੀਗੀ, ਅੱਜ ਵੀ ਉਹੀ ਲਾਈਕ ਹਜੇ ਚੱਲ ਰਿਹਾ, ਹਜੇ ਤੱਕ ਤਾਂ ਉਹੀ ਚੱਲ ਰਿਹਾ ਆ। ਕਿੱਥੇ ਕਿੱਥੇ ਜਾ ਕੇ ਉਹਨੇ ਸ਼ੋਅ ਕਰਨੇ ਹੋ? ਸਰ ਲੋਕਲ ਆਪਣੇ ਜਿੱਦਾਂ ਏਰੀਆ ਨਕੋਦਰ ਤੋਂ ਬੇਸਿਕਲੀ ਆ ਮੈਂ। ਨਕੋਦਰ ਵਿੱਚ ਹੋ ਗਿਆ, ਨਕੋਦਰ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਹੈਗੇ ਆ ਉੱਥੇ ਮਤਲਬ ਕਿ ਕਰ ਲਈਦੇ ਆ ਜਗਰਾਤੇ ਜਾਂ ਫਿਰ ਸੂਫੀ ਸ਼ੋਜ਼ ਕਰ ਲਈਦੇ, ਜਲੰਧਰ 'ਚ ਹੱਦ ਕਰ ਲਈਦੇ। ਅੱਛਾ, ਕਿਹੜੇ ਗਾਣੇ ਗਾਏ ਸੀ ਜਾਂ ਹੁਣ ਕਿਹੜੇ ਤੁਸੀਂ ਲਿਖੇ ਹੋਏ ਨੇ ਗਾਣੇ ਜੋ ਤੁਸੀਂ ਦਰਸ਼ਕਾਂ ਨੂੰ ਸੁਣਾਉਣਾ ਚਾਹੁੰਦੇ? ਮੈਂ ਮਤਲਬ ਹਰ ਤਰ੍ਹਾਂ ਦਾ ਹੀ ਜਨਰ ਗਾਉਂਦੀ ਆ, ਚਾਹੇ ਸੂਫੀ ਆ, ਚਾਹੇ ਸਾਡਾ ਸੱਭਿਆਚਾਰ ਆ, ਚਾਹੇ ਕੋਈ ਵੀ ਕਲਚਰਲ, ਹਰ ਤਰ੍ਹਾਂ ਦੇ ਸੌਂਗਸ ਗਾਉਂਦੀ ਆ ਮੈਂ। ਤੇ ਉਹਦਾ ਮੇਰੇ ਪਾਪਾ ਨੇ ਮਤਲਬ ਮੇਰੇ ਲਈ ਇੱਕ ਸੌਂਗ ਲਿਖਿਆ ਸੀਗਾ, ਹਜੇ ਤੱਕ ਮੈਂ ਡਿਸਕਲੋਜ਼ ਤਾਂ ਨਹੀਂ ਕੀਤਾ, ਜਸਟ ਉਹਦੀ ਡੰਮੀ ਕਰਕੇ ਰੱਖੀ ਆ। ਜਦੋਂ ਮਤਲਬ ਮੈਂ ਇਹੀ ਸੋਚਿਆ ਕਿ ਮੇਰੇ ਲਈ ਉਹ ਬਹੁਤ ਐਵਰਗ੍ਰੀਨ ਸੌਂਗ ਆ, ਬਹੁਤ ਵਧੀਆ ਆ, ਤੇ ਹਜੇ ਤੱਕ ਤਾਂ ਮੈਂ ਨਹੀਂ ਡਿਸਕਲੋਜ਼ ਕੀਤਾ, ਬਟ ਅਪਕਮਿੰਗ ਟਾਈਮ ਵਿੱਚ ਜ਼ਰੂਰ ਮੈਂ ਉਹਦੇ ਤੋਂ ਹੀ ਸ਼ੁਰੂਆਤ ਕਰਨੀ ਚਾਹੂੰਗੀ ਆਪਣੇ ਕਰੀਅਰ ਦੀ। ਜਿਹੜੇ ਤੁਸੀਂ ਉਸ ਸਮੇਂ ਵਾਇਸ ਆਫ ਪੰਜਾਬ 'ਚ ਟਰੈਕ ਗਾਏ ਉੱਥੇ ਜਾ ਕੇ ਪਰਫਾਰਮ ਕੀਤਾ, ਕੋਈ ਟਰੈਕ ਜੋ ਤੁਸੀਂ ਹੁਣ ਗਾਣਾ ਚਾਹੁੰਦੇ? ਕੋਈ ਗੱਲ ਨਹੀਂ, ਗਾ ਦਾਂਗੇ। ਕੋਈ ਵੀ ਸੱਭਿਆਚਾਰਕ ਸੂਫੀ ਕੋਈ ਵੀ ਗਾਤਾ। ਢੋਲਣਾ ਜ਼ਰਾ ਮੁਖੜੇ ਦੀ ਚਾਬੀ ਉਰਾ ਕਰ ਵੇ, ਉਰਾ ਕਰ ਵੇ, ਮੈਂ ਦਿਲ ਵਾਲਾ ਬੂਹਾ ਖੋਲਣਾ। ਢੋਲਣਾ ਵੇ ਢੋਲਣਾ, ਨੈਣ ਮਿਲਾਵੇ ਮੇਰੇ ਨਾਲ, ਅੱਖੀਆਂ ਨੇ ਪੁੱਛਣਾ ਏ ਅੱਖੀਆਂ ਦਾ ਹਾਲ, ਨੈਣ ਮਿਲਾਵੇ ਮੇਰੇ ਨਾਲ, ਅੱਖੀਆਂ ਨੇ ਪੁੱਛਣਾ ਏ ਅੱਖੀਆਂ ਦਾ ਹਾਲ। ਸਜਣਾ ਮੇਰੀ ਅੱਖੀਆਂ ਦੀ ਖਾਲੀ ਝੋਲੀ ਪਰ ਵੇ, ਝੋਲੀ ਪਰ ਵੇ, ਮੈਂ ਦਿਲ ਵਾਲਾ ਬੂਹਾ ਖੋਲਣਾ। ਢੋਲਣਾ ਵੇ ਢੋਲਣਾ। ਥੈਂਕ ਯੂ। ਜੋ ਉੱਥੇ ਜਾ ਕੇ ਤੁਸੀਂ ਟਰੈਕ ਗਾਏ, ਜਿਵੇਂ ਬਾਕੀ ਵੀ ਉੱਥੇ ਕੁੜੀਆਂ ਹੋਏ ਹੈਗੀਆਂ, ਅਸੀਂ ਉੱਥੇ ਵਾਇਸ ਆਫ ਪੰਜਾਬ ਤੁਹਾਡੇ ਨਾਲ, ਜਦੋਂ ਵਾਪਸ ਆਏ ਤਾਂ ਹੁੰਦਾ ਇੱਕ ਮਿਊਸੀ ਵਾਲਾ ਵੀ ਚਲੋ ਉਹਦੇ ਕੰਪੀਟੀਸ਼ਨ ਹੈ, ਕਿਸੇ ਨਾ ਕਿਸੇ ਨੂੰ ਤਾਂ ਜਿੱਤਣਾ ਹੁੰਦਾ। ਜਦੋਂ ਵਾਪਸ ਆ ਗਏ ਉੱਥੋਂ ਦੀ ਜਾ ਕੇ ਤੇ ਦਿਮਾਗ 'ਚ ਹੈਗਾ ਸੀ ਇਹ ਸੋਚਿਆ ਵੀ ਹੁਣ ਚਲੋ ਜਿੱਥੋਂ ਤੱਕ ਨਾ ਆ ਗਿਆ ਉਹਨਾਂ ਠੀਕ ਹੈ, ਹੁਣ ਵਾਪਸ ਚਲੇ ਜਾਂਦੇ ਆ ਤਾਂ ਕੰਮ ਮਿਲੂਗਾ ਜਾਂ ਲੋਕੀ ਹੁਣ ਜਾਣਨ ਲੱਗ ਪਏ ਨੇ? ਹਾਂਜੀ, ਮਤਲਬ ਉਸ ਟਾਈਮ ਤੇ ਇੱਕ ਐਕਸਪੈਕਟੇਸ਼ਨ ਸੀਗੀ, ਕਿਉਂਕਿ ਇੰਨੇ ਵੱਡੇ ਲੈਜੈਂਡ ਨੇ ਸਾਨੂੰ ਕਿਹਾ ਸੀਗਾ, ਸੁਰਿੰਦਰ ਸਰ ਬੱਚਨ ਸਰ ਨੇ ਕਿਹਾ ਸੀਗਾ, ਇੱਕ ਸੀਗਾ ਕਿ ਚਲੋ ਇੱਕ ਸਕੋਪ ਮਿਲ ਜੂਗਾ। ਤੇ ਮੈਂ
ਕਾਫੀ ਲਾਈਕ ਆਪਣੇ ਆਪ ਨੂੰ ਪ੍ਰਪੇਅਰ ਕੀਤਾ, ਉਸ ਤੋਂ ਬਾਅਦ ਵਿੱਚ ਵੀ ਆ ਕੇ ਕੀਤਾ ਕਿ ਨਹੀਂ, ਜੇ ਕਿਤੇ ਮੈਨੂੰ ਕੋਈ ਵੀ ਸਪੋਰਟ ਮਿਲ ਗਈ ਤਾਂ ਮੈਂ ਪੂਰਾ ਪ੍ਰਪੇਅਰ ਰਹਿਣਾ ਆ, ਸਟੂਡੀਓ 'ਚ ਗਾਉਣ ਲਈ ਆਪਾਂ ਪਿੱਛੇ ਨਹੀਂ ਹਟਣਾ ਹੈਗਾ। ਮਤਲਬ ਇੱਕ ਸ਼ੁਰੂ ਤੋਂ ਹੀ ਚਾਹ ਰਿਹਾ ਮੈਨੂੰ, ਬਟ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਵੀ ਕੋਈ ਉਸ ਤੋਂ ਬਾਅਦ ਵਿੱਚ ਨਾ ਤਾਂ ਕਿਸੇ ਨੇ ਪੁੱਛਿਆ ਤੇ ਨਾ ਹੀ ਕੋਈ ਹਜੇ ਤੱਕ ਮੈਨੂੰ ਕੁਛ ਇੱਦਾਂ ਦੀ ਆਸ ਦਿਸੀ ਆ। ਉਹ ਬੜੇ ਹੁੰਦੇ ਨੇ ਸ਼ੋਅ ਹੁੰਦੇ ਨੇ ਟੀਵੀ ਚੈਨਲ ਤੇ ਅਲੱਗ-ਅਲੱਗ ਤਰੀਕੇ ਨਾਲ, ਹਿੰਦੀ 'ਚ ਵੀ ਹੁੰਦੇ ਨੇ, ਅਲੱਗ-ਅਲੱਗ ਭਾਸ਼ਾ ਵਿੱਚ ਵੀ ਹੁੰਦੇ ਨੇ। ਫਿਰ ਉਹਨਾਂ ਦਾ ਵੀ ਜੋ ਤੁਸੀਂ ਅੱਜ ਗੱਲ ਕਹਿ ਰਹੇ ਹੋ, ਜੋ ਬਾਕੀ ਜਗ੍ਹਾ ਤੋਂ ਵੀ ਵਾਪਸ ਚਲੇ ਜਾਂਦੇ ਨੇ, ਗ੍ਰੈਂਡ ਫਾਈਨਲ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ, ਤੇ ਉਹਨਾਂ ਦਾ ਵੀ ਇਸੇ ਤਰੀਕੇ ਨਾਲ ਹੀ ਹੁੰਦਾ ਵੀ ਕੁਝ ਹੱਥ ਪੱਲੇ ਨਹੀਂ ਪੈਣਾ। ਹਾਂਜੀ ਸਰ, ਮੇਰੇ ਨਾਲ ਹੁਣ ਤੱਕ ਅਸੀਂ 12 ਤੋਂ ਜ਼ਿਆਦਾ ਹੀ ਕੰਟੈਸਟੈਂਟ ਸੀਗੇ, ਜਿਨ੍ਹਾਂ ਵਿੱਚੋਂ ਕਿ ਹੁਣ ਤੱਕ ਸਕੋਪ ਮਿਲਿਆ, ਤੇ ਇੱਕ ਸੁਖਪ੍ਰੀਤ ਮੇਰੀ ਫਰੈਂਡ ਹੀ ਆ ਉਹ ਵੀ, ਤੇ ਇੱਕ ਰਿਤੂ ਚਸ ਉਹਨਾਂ ਦਾ ਵੀ ਵਧੀਆ ਹੀ ਚੱਲਦਾ ਪਿਆ। ਬਟ ਉਸ ਤੋਂ ਬਾਅਦ ਵਿੱਚ ਮੈਨੂੰ ਲੱਗਦਾ ਨਹੀਂ ਹੈਗਾ, ਸਾਰੇ ਬਾਕੀ ਮੇਰੇ ਵਰਗੇ ਹੀ ਆ, ਸਾਰੇ ਮੇਰੇ ਨਾਲ ਅਟੈਚ ਆ, ਹਜੇ ਤੱਕ ਸਾਰੇ ਸਟਰਗਲ ਹੀ ਕਰ ਰਹੇ ਆ। ਤੇ ਬਸ ਉਹੀ ਇੱਕ ਦੋ ਸੀਗੇ ਜਿਹਨਾਂ ਨੂੰ ਕਾਫੀ ਸਕੋਪ ਮਿਲ ਗਿਆ ਕਿ ਚਲੋ ਚਲੇ ਗਏ ਆ, ਮਤਲਬ ਪੋਲੀਵੁੱਡ ਵਿੱਚ ਸੌਂਗਸ ਕਰ ਰਹੇ ਹੈਗੇ ਆ, ਕਿਸੇ ਨੇ ਐਗਰੀਮੈਂਟ ਸਾਈਨ ਕਰ ਲਿਆ, ਬਟ ਮੇਰੇ ਨਾਲ ਇਹੋ ਜਿਹਾ ਤਾਂ ਹਜੇ ਤੱਕ ਕੁਝ ਨਹੀਂ ਹੋਇਆ। ਜਿੰਨੇ ਤੁਸੀਂ ਉੱਥੇ ਹੈਗੀ ਸੀ, ਤੁਹਾਡੇ ਨਾਲ ਸਾਥੀ ਹੈਗੀ ਸੀ ਕੁਆਟਰ ਫਾਈਨਲ ਤੱਕ, ਜਾਂ ਉਹ ਉਹਨਾਂ ਨਾਲ ਜੋ ਅੱਜ ਗੱਲ ਹੁੰਦੀ ਹੈ ਤਾਂ ਕੀ ਕਹਿੰਦੇ ਨੇ, ਉਹਨਾਂ ਨੂੰ ਕੁਝ ਮਿਲਿਆ ਰਿਸਪੌਂਸ ਵਗੈਰਾ? ਨਹੀਂ, ਉਹ ਵੀ ਵਿਚਾਰੇ ਮੇਰੇ ਵਰਗੇ ਹੀ ਆ, ਉਹ ਵੀ ਹਜੇ ਸਟਰਗਲ ਹੀ ਕਰ ਰਹੇ ਆ। ਤੇ ਆਪਣੀ ਆਪਣੀ ਲਾਈਫ ਵਿੱਚ ਹਰ ਕੋਈ ਕੋਸ਼ਿਸ਼ ਕਰ ਰਿਹਾ ਆ, ਸਾਰੇ ਆਪਣੀ ਰਿਆਜ਼ ਕਰ ਰਹੇ ਆ, ਆਪਣੇ ਮਤਲਬ ਕੋਈ ਤਾਂ ਆਪਣੇ ਕਵਰ ਸੌਂਗਸ ਵੀ ਕਰ ਰਹੇ ਨੇ, ਤੇ ਮਤਲਬ ਥੋੜੀ ਜਿਹੀ ਫੈਮਿਲੀ ਵੱਲੋਂ ਸਪੋਰਟ ਵੀ ਹੋਊਗੀ ਉਹਨਾਂ ਨੂੰ, ਤੇ ਜਿਹੜੇ ਚੱਲ ਰਹੇ ਨੇ ਕਈ ਮੇਰੇ ਵਰਗੇ ਹਜੇ ਵੀ ਸਟਰਗਲ ਹੀ ਕਰ ਰਹੇ ਨੇ। ਹੋਰ ਕਿਹੜਾ ਇਹੋ ਜਿਹਾ ਟਰੈਕ ਹੈ ਜੋ ਤੁਸੀਂ ਉੱਥੇ ਗਾਇਆ ਤੇ ਜਿਨ੍ਹਾਂ ਨਾਲ ਤੁਹਾਨੂੰ ਸਟੈਂਡਿੰਗ ਓਵੇਸ਼ਨ ਮਿਲੀ? ਹਾਂਜੀ, ਸੌਰੀ ਸੌਂਗ ਸੀਗਾ ਮੀਨੂ ਸਿੰਘ ਦਾ, ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਮੈਨੂੰ ਕੀਤਾ ਗਿਆ ਸੀ ਉਹਦੇ ਤੇ ਸਟੈਂਡਿੰਗ ਓਵੇਸ਼ਨ ਵੀ ਮਿਲੀ ਸੀ ਮੈਨੂੰ ਜੀ। ਓਕੇ। ਹਰ ਵੇਲੇ ਆਕੜਾਂ 'ਚ ਰਹਿਣ ਵਾਲਿਆ, ਕਦੀ ਗੌਰ ਤੂੰ ਕਰੀ, ਮੇਰਾ ਵੀ ਤੇ ਦਿਲ ਹੋਣਾ ਬਹੁਤ ਦੁਖਦਾ, ਤਾਂ ਵੀ ਜਾਨੀਆਂ ਜਰੀ, ਹਰ ਇੱਕ ਤੇਰੀ ਮੈਂ ਤੇ ਗੱਲ ਵੈਰੀਆ, ਹੱਸ ਸਹਿਣ ਵਾਲੀ ਸੀ, ਹਾਂ ਸਹਿਣ ਵਾਲੀ ਸੀ, ਹੁਣ ਵੱਖ ਹੋਏ ਤਾਂ ਤੂੰ ਬਹਿ ਕੇ ਸੋਚ ਲਈ, ਤੇਰੀ ਗਲਤੀ ਤੇ ਮੈਂ ਸੌਰੀ ਕਹਿਣ ਵਾਲੀ ਸੀ, ਹੁਣ ਵੱਖ ਹੋਏ ਤਾਂ ਤੂੰ ਬਹਿ ਕੇ ਸੋਚ ਲਈ, ਤੇਰੀ ਗਲਤੀ ਤੇ ਮੈਂ ਸੌਰੀ ਕਹਿਣ ਵਾਲੀ ਸੀ, ਮੈਂ ਹੀ ਕਹਿਣ ਵਾਲੀ ਸੀ। ਥੈਂਕ ਯੂ। ਜਿਹੜੇ ਹੁਣ ਤੁਹਾਨੂੰ ਦੇਖਦੇ ਨੇ ਜਾਂ ਸੁਣਦੇ ਨੇ, ਤੁਸੀਂ ਜਿਵੇਂ ਗੱਲ ਰੱਖੀ ਅੱਗੇ ਵੀ ਜੇ ਫਾਈਨਲ ਜਿੱਤ ਲਿਆ ਫਿਰ ਤਾਂ ਤੁਹਾਡੀ ਐਂਟਰੀ ਪੋਲੀਵੁੱਡ ਜਾਂ ਬਾਲੀਵੁੱਡ 'ਚ ਹੋ ਜਾਊਗੀ, ਜੇ ਫਾਈਨਲ ਨਹੀਂ ਜਿੱਤਿਆ ਫਿਰ ਸ਼ਾਇਦ ਤੁਹਾਨੂੰ ਸਟਰਗਲ ਬਹੁਤ ਕਰਨਾ ਪੈਣਾ, ਪਰ ਉਹ ਪਰਫਾਰਮ ਤਾਂ ਤੁਸੀਂ ਉਸੇ ਲੈਵਲ ਤੇ ਜਾ ਕੇ ਕੀਤਾ, ਉਸ ਜਗ੍ਹਾ ਤੇ ਕੀਤਾ। ਫਿਰ ਜਿਹੜੇ ਸੋਚਦੇ ਨੇ ਵੀ ਅਸੀਂ ਜਾਵਾਂਗੇ ਅੱਗੇ ਜਾ ਕੇ ਕੋਈ ਰਿਐਲਿਟੀ ਸ਼ੋਅ ਵਿੱਚ ਚਲੇ ਜਾਵਾਂਗੇ ਸਿੰਗਿੰਗ ਦੇ, ਸਾਨੂੰ ਅਜੇ ਅਸੀਂ ਨਾ ਵੀ ਪਹੁੰਚੇ ਫਾਈਨਲ ਤੱਕ, ਉਸ ਤੋਂ ਪਿੱਛੇ ਵੀ ਰਹਿ ਕੇ ਸਾਡਾ ਕੁਝ ਨਾ ਕੁਝ ਬਣ ਜਾਊਗਾ, ਹਲੇ ਸੋਚਦੇ ਹੋਣਗੇ ਨਵੇਂ ਯੰਗ ਜੋ ਮੁੰਡੇ ਹੈਗੇ ਜੀ। ਹਾਂਜੀ, ਡੈਫੀਨੇਟਲੀ ਸਾਰੇ ਕਿਤੇ ਨਾ ਕਿਤੇ ਹੁੰਦਾ ਹੈ, ਕਿਉਂਕਿ ਐਡੇ ਵੱਡੇ ਪਲੇਟਫਾਰਮ ਤੇ ਪਹੁੰਚਣਾ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਵੱਡੀ ਗੱਲ ਹੈ, ਕਿਉਂਕਿ ਮੈਂ ਖੁਦ ਲਾਈਨ ਵਿੱਚ ਖੜੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਖੜੇ ਸੀ, ਮਤਲਬ ਜਦੋਂ ਸਵੇਰੇ ਅਸੀਂ 6 ਵਜੇ ਲਾਈਨ 'ਚ ਲੱਗੇ ਸਾਨੂੰ ਇੱਦਾਂ ਲੱਗਦਾ ਸੀ ਸ਼ਾਇਦ ਅੱਜ ਵਾਰੀ ਆਉਣੀ ਨਹੀਂ ਹੈਗੀ, ਬਟ ਐਟ ਦਾ ਐਂਡ ਜਦੋਂ ਰਾਤ ਦੇ 12 ਵਜੇ ਮਤਲਬ ਟਿਕਟ ਹੱਥ ਵਿੱਚ ਸੀਗੀ, ਤੇ ਫਿਰ ਇਹ ਸੀਗਾ ਕਿ ਚਲੋ ਇੱਕ ਨਾਮ ਤਾਂ ਚਲੋ ਮਿਲ ਹੀ ਗਿਆ ਨਾ। ਤੇ ਉਸ ਮਤਲਬ ਮੇਰੇ ਜਿੰਨੇ ਵੀ ਕੰਟੈਸਟੈਂਟ ਮੇਰੇ ਨਾਲ ਦੇ ਸੀਗੇ, ਉਹਨਾਂ ਵਿੱਚੋਂ ਕਈਆਂ ਨੇ ਮਤਲਬ ਟਰਾਈ ਵੀ ਕੀਤਾ ਆ, ਦ ਵੌਇਸ ਵਿੱਚ ਕਈ ਗਏ ਆ, ਕਈ ਸਾਰੇਗਾਮਾ ਵਿੱਚ ਗਏ ਆ, ਤੇ ਕਾਫੀ ਉਹਦੇ ਵਿੱਚ ਵੀ ਜਾਣ ਦੇ ਲੋਕ ਪਹੁੰਚੇ ਆ ਮੇਰੇ ਨਾਲ ਦੇ। ਤੇ ਮੇਰੀ ਵੀ ਇਹੀ ਕੋਸ਼ਿਸ਼ ਆ, ਕੋਈ ਬਾਂਹ ਫੜਿਓ ਤਾਂ ਚਲੋ ਪਰਮਾਤਮਾ ਦੇ ਹੱਥ ਵਿੱਚ ਹੀ ਆ, ਕਿ ਕਿਉਂਕਿ ਟੈਲੈਂਟ ਇੱਕ ਸੰਗੀਤ ਇਹੋ ਜਿਹੀ ਕਹਿ ਸਕਦੇ ਆ ਕਿ ਸਕਿੱਲ ਹੈਗੀ ਆ ਜਾਂ ਟੈਲੈਂਟ ਹੈਗਾ ਹੈ ਕਿ ਜਿਹਨੂੰ ਹਰ ਕੋਈ ਹੀ ਪਸੰਦ ਕਰਦਾ ਹੈ, ਤੇ ਕੋਈ ਸੋਚਦਾ ਕਿ ਇਹਦੇ 'ਚ ਅੱਗੇ ਵਧਾਂਗੇ, ਕੋਈ ਸੋਚਦਾ ਕਿ ਚਲੋ ਅਸੀਂ ਇਹਨੂੰ ਹੀ ਅੱਗੇ ਲੈ ਕੇ ਜਾਵਾਂਗੇ, ਹੈ ਨਾ। ਤੇ ਮਤਲਬ ਮੇਰੇ ਦਿਲ ਵਿੱਚ ਵੀ ਇਹ ਚੀਜ਼ ਹੈ ਕਿ ਆਈ ਵਿਸ਼ ਕਿ ਕੋਈ ਸਪੋਰਟ ਲਾਈਕ ਮਿਲੇ ਕਿਸੇ ਵਧੀਆ ਪਰਸਨ ਵੱਲੋਂ, ਕਿ ਹਾਂ ਜਿਹੜਾ ਵੀ ਸੰਗੀਤ ਨੂੰ ਪਿਆਰ ਕਰਦਾ ਹੋਊਗਾ। ਤੇ ਜੇ ਨਾ ਮਿਲਿਆ ਤੇ ਮੈਂ ਤਾਂ ਆਪਣੀ ਕੋਸ਼ਿਸ਼ 6 ਸਾਲਾਂ ਤੋਂ ਕਰਦੀ ਆ ਰਹੀ ਹਾਂ, ਤੇ ਕਰੂੰਗੀ, ਕੋਈ ਗੱਲ ਨਹੀਂ, ਅੱਗੇ ਤੱਕ ਤਾਂ ਡੈਫੀਨੇਟਲੀ ਜਾਣਾ। ਜੇ ਮੈਂ ਇਸ ਪ੍ਰੋਫੈਸ਼ਨ ਨੂੰ ਚੂਜ਼ ਕੀਤਾ ਹੈ ਤੇ ਮੈਂ ਇਹਨੂੰ ਹੀ ਐਟ ਦਾ ਐਂਡ ਆਪਣੇ ਵੱਲੋਂ ਆਖਰੀ ਸਾਹਾਂ ਤੱਕ ਇਹਨੂੰ ਹੀ ਨਾਲ ਲੈ ਕੇ ਜਾਊਂਗੀ। ਜਦੋਂ ਆਡੀਸ਼ਨ ਦੇਣ ਗਏ ਕਿੰਨੇ ਘੰਟੇ ਲਾਈਨ 'ਚ ਲੱਗੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ? ਹਾਂਜੀ, ਅਸੀਂ ਸਵੇਰੇ ਆਈ ਥਿੰਕ 5:30 ਵਜੇ ਮੈਂ ਤੇ ਮੇਰਾ ਬ੍ਰਦਰ ਅਸੀਂ ਤੁਰ ਪਏ, ਤੇ 6 ਵਜੇ ਅਸੀਂ ਉੱਥੇ ਪਹੁੰਚ ਗਏ। ਕਾਫੀ ਠੰਡ ਸੀਗੀ ਉਸ ਟਾਈਮ ਤੇ ਲਾਈਨ ਵਿੱਚ ਵੀ ਸਾਨੂੰ ਕਾਫੀ ਟਾਈਮ ਮਤਲਬ ਜਾ ਕੇ 12 ਵਜੇ ਤਾਂ ਸਾਨੂੰ ਪਰਚੀ ਮਿਲੀ ਆ ਪ੍ਰੀ ਆਡੀਸ਼ਨ ਤੋਂ ਪਹਿਲਾਂ, ਮਤਲਬ ਪ੍ਰੀ ਆਡੀਸ਼ਨ ਹੁੰਦਾ ਫਿਰ ਮੇਨ ਆਡੀਸ਼ਨ ਹੁੰਦਾ, ਫਿਰ 12 ਵਜੇ ਪ੍ਰੀ ਆਡੀਸ਼ਨ ਹੋਇਆ, ਉਸ ਤੋਂ ਬਾਅਦ ਉੱਥੋਂ ਸਿਲੈਕਸ਼ਨ ਹੋ ਕੇ ਫਿਰ ਜਾ ਕੇ ਆਈ ਥਿੰਕ 2-3 ਵਜੇ ਵਾਰੀ ਆਈ ਆ। ਮਤਲਬ ਕਿ ਇੰਨਾ ਟਾਈਮ ਅਸੀਂ ਬਾਹਰ ਬਸ ਕਮਲਿਆਂ ਵਾਂਗੂ ਖੜੇ ਰਹੇ, ਵੇਟ ਕਰਦੇ ਰਹੇ, ਇੱਕ ਹੋਪ ਲੈ ਕੇ ਕਿ
ਐਟਲੀਸਟ ਵਾਰੀ ਆ ਜਾਵੇ, ਆਪਣਾ ਟੈਲੈਂਟ ਸ਼ੋਅ ਕਰਨ ਦਾ ਮੌਕਾ ਹੀ ਮਿਲ ਜਾਵੇ। ਫਿਰ 3 ਵਜੇ ਅਸੀਂ ਲੱਗੇ ਆ, ਮਤਲਬ ਕਿ ਸਾਨੂੰ ਮੇਨ ਆਡੀਸ਼ਨ ਦੀ ਮਿਲ ਗਈ, ਰਾਤ ਨੂੰ ਜਾ ਕੇ 8 ਵਜੇ ਸਾਡੀ ਵਾਰੀ ਆਈ ਤੇ ਫਿਰ ਸਿਲੈਕਸ਼ਨ ਹੋ ਗਈ। ਫਿਰ ਦਿਨ ਬਹੁਤ ਹੀ ਜ਼ਿਆਦਾ ਖੁਸ਼ੀ ਸੀਗੀ ਜੀ। ਟਰਾਈ ਕਰੋਗੇ ਅੱਗੇ ਫਿਰ ਕਿਸੇ ਹੋਰ ਸ਼ੋਅ 'ਚ? ਹਾਂਜੀ ਹਾਂਜੀ, ਡੈਫੀਨੇਟਲੀ। ਸਪੋਰਟ ਦੀ ਤਾਂ ਮੈਂ ਚਲੋ ਐਕਸਪੈਕਟੇਸ਼ਨ ਪਰਮਾਤਮਾ ਤੋਂ ਹੀ ਕਰਦੀ ਆ ਕਿ ਉਹਨਾਂ ਨੇ ਕਿਸੇ ਦੇ ਥਰੂ ਹੀ ਆ ਕੇ ਹੱਬਾਂ ਫੜਨੀ ਆ, ਨਹੀਂ ਤਾਂ ਮੈਂ ਦ ਵੌਇਸ, ਰਾਈਜ਼ਿੰਗ ਸਟਾਰ ਇਹਨਾਂ ਦੇ ਲਈ ਆਪਣੀ ਪ੍ਰੈਪਰੇਸ਼ਨ ਕਰ ਹੀ ਰਹੀ ਹਾਂ ਜੀ। ਜੇ ਹੋਰ ਵੀ ਰਿਐਲਿਟੀ ਸ਼ੋਅ ਆਣਗੇ ਤਾਂ ਜਾਓਗੇ, ਲਓਗੇ ਹਿੱਸਾ ਬਣੋਗੇ ਉਹਨਾਂ ਦਾ? ਡੈਫੀਨੇਟਲੀ ਸਾਰੇਗਾਮਾਪਾ ਪੰਜਾਬੀ ਆਈ ਥਿੰਕ ਆਉਣ ਵਾਲਾ ਹੀ ਆ ਤੇ ਉਹਦੇ 'ਚ ਵੀ ਟਰਾਈ ਕਰੂੰਗੀ। ਤੇ ਉਸ ਤੋਂ ਇਲਾਵਾ ਆਪਣੇ ਟਰੈਕ ਲਈ ਤਾਂ ਹਜੇ ਇੰਨੇ ਪੈਸੇ ਨਹੀਂ ਹੈਗੇ ਕਿ ਮੈਂ ਟਰੈਕ ਕਰ ਸਕਾਂ, ਬਟ ਕੋਸ਼ਿਸ਼ ਜ਼ਰੂਰ ਕਰੂੰਗੀ, ਜਦੋਂ ਤੱਕ ਜਿੰਨੇ ਜੋਗੀ ਹੈਗੇ ਉਹਨਾਂ 'ਚ ਡੈਫੀਨੇਟਲੀ ਕਰੂੰਗੀ। ਜਿਵੇਂ ਇੱਕ ਆਖਰੀ ਸਵਾਲ ਹੈ ਕਿ ਹੁਣ ਜਿਹੜੇ ਤੁਹਾਨੂੰ ਸੁਣਦੇ ਹੋਣਗੇ ਜਾਂ ਦੇਖਦੇ ਹੋਣਗੇ, ਫਿਰ ਹੁਣ ਉਹ ਵੀ ਸੋਚਦੇ ਹੋਣਗੇ ਜਾਈਏ ਕਿ ਨਾ ਜਾਈਏ। ਚਲੋ ਸੋਚਦੇ ਹੋਣਗੇ ਵੀ ਚਾਂਸ ਜੇ ਜਾ ਕੇ ਮਿਲਦਾ ਅਸੀਂ ਜਿੱਤ ਕੇ ਆਈਏ, ਹਰ ਇੱਕ ਸ਼ਖਸ ਕਹਿੰਦਾ ਵੀ ਮੈਂ ਜਿੱਤ ਕੇ ਆਵਾਂ ਜਾ ਕੇ ਉੱਥੇ, ਪਰ ਹੱਲੇ ਵੀ ਇਸ ਚੀਜ਼ ਨੂੰ ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਵੀ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੂੰ ਬਾਅਦ 'ਚ ਜਾ ਕੇ ਉਹਨਾਂ ਦਾ ਕਿਤੇ ਵੀ ਉਹ ਸਟਰਗਲ ਹੀ ਕਰਨਾ ਪੈਂਦਾ, ਉਹ ਸੈੱਟ ਨਹੀਂ ਹੋ ਪਾਉਂਦੇ ਜਾ ਕੇ ਅੱਗੇ। ਫਿਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹ ਕੋਸ਼ਿਸ਼ ਕਰਦੇ ਨੇ ਵੀ ਹੋਰ ਸ਼ੋਅ ਵਿੱਚ ਜਾ ਕੇ ਅਸੀਂ ਉੱਥੇ ਆਪਣੀ ਪਰਫਾਰਮ ਕਰ ਪਾਈਏ। ਫਿਰ ਇਹਨਾਂ ਹੌਸਲਾ ਵੀ ਟੁੱਟਦਾ ਹੈ ਜਾਂ ਬਾਕੀ ਜਿਹੜੇ ਉਹਨਾਂ ਨੂੰ ਦੇਖਦੇ ਪਏ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਜਾਣ ਕਿ ਨਾ ਜਾਣ? ਜੇ ਜਾਣ ਤਾਂ ਇੰਨਾ ਕੁ ਲੈ ਕੇ ਜਾਣ ਉੱਥੇ ਵੀ ਜੇ ਨਹੀਂ ਵੀ ਪਹੁੰਚ ਪਾਉਂਦੇ ਉਦਾਸ ਨਾ ਹੋ, ਵਾਪਸ ਆ ਕੇ ਫਿਰ ਪ੍ਰੈਕਟਿਸ ਕਰੋ। ਦੇਖੋ ਲਾਈਫ ਦਾ ਮਤਲਬ ਮੇਰੇ ਹਿਸਾਬ ਨਾਲ ਹੈ ਕਿ ਵੀ ਤੁਹਾਨੂੰ ਹਮੇਸ਼ਾ ਖੁਸ਼ੀ ਨਹੀਂ ਮਿਲਣੀ, ਦੁੱਖ ਦਾ ਵੀ ਸਾਹਮਣਾ ਕਰਨਾ ਹੀ ਪੈਣਾ ਆ। ਤੇ ਮੈਂ ਤਾਂ ਆਪਣੀ ਲਾਈਫ 'ਚ ਕਦੀ ਵੀ ਹੋਪ ਨਹੀਂ ਛੱਡੀ। ਮੈਂ ਸੀਜ਼ਨ 5 'ਚ ਵੀ ਗਈ ਸੀ, ਉਦੋਂ ਤਾਂ ਮੈਂ ਜਸਟ ਮੇਗਾ ਆਡੀਸ਼ਨ ਹੀ ਕਲੀਅਰ ਕੀਤਾ ਸੀਗਾ, ਬਟ ਮੈਂ ਕਿ ਦਿੱਲੀ ਆਡੀਸ਼ਨ 'ਚ ਨਹੀਂ ਗਈ ਸੀ, ਦਿੱਲੀ ਰਾਊਂਡ 'ਚ। ਤੇ ਉਸ ਤੋਂ ਬਾਅਦ ਵਿੱਚ ਮੈਂ ਸੀਜ਼ਨ 7 ਵਿੱਚ ਵੀ ਗਈ ਸੀਗੀ, ਮੈਂ ਉਦੋਂ ਟੌਪ 12 ਤੱਕ ਰਹੀ ਸੀਗੀ। ਉਦੋਂ 28 ਜਾਣੇ ਸੀਗੇ ਤੇ ਮੈਂ 12 'ਚ ਆਈ ਸੀ, ਮੇਰੇ ਲਈ ਬਹੁਤ ਵੱਡੀ ਗੱਲ ਸੀ। ਮੈਂ ਕੋਈ ਹੋਪ ਨਹੀਂ ਛੱਡੀ ਸੀ ਕਿ ਸ਼ਾਇਦ ਮੈਂ ਇਸ ਤੋਂ ਬਾਅਦ 'ਚ ਜਾ ਹੀ ਨਹੀਂ ਸਕਦੀ। ਉਸ ਤੋਂ ਬਾਅਦ ਵਿੱਚ ਮੈਂ ਸੀਜ਼ਨ 8 'ਚ ਨਹੀਂ ਗਈ, ਫਿਰ ਜਾ ਕੇ 9 ਵਿੱਚ ਗਈ ਸੀ। ਤੇ ਮੈਂ ਸੋਚਿਆ ਹੀ ਨਹੀਂ ਸੀਗਾ ਕਿ ਹਾਲਾਂਕਿ ਮੈਂ ਕੋਸ਼ਿਸ਼ ਪੂਰੀ ਕੀਤੀ ਸੀ, ਆਪਣੀ ਪੂਰੀ ਪ੍ਰੈਕਟਿਸ ਕੀਤੀ ਸੀ, 6 ਮਹੀਨੇ ਮੈਂ ਆਪਣੇ ਸੌਂਗ ਸਿਲੈਕਸ਼ਨ ਕੀਤੀ, ਸੌਂਗ ਗਾਏ ਤੇ ਸੀਜ਼ਨ 9 ਦੇ ਵਿੱਚ ਟੌਪ 7 ਤੱਕ ਗਈ ਹਾਂ। ਤੇ ਉਸ ਤੋਂ ਬਾਅਦ ਵਿੱਚ ਵੀ ਮੇਰੀ ਕੋਈ ਹੋਪ ਨਹੀਂ ਟੁੱਟੀ ਹੈਗੀ। ਐਟਲੀਸਟ ਤੁਹਾਨੂੰ ਇੱਕ ਪਤਾ ਤਾਂ ਲੱਗਦਾ ਨਾ ਕਿ ਤੁਸੀਂ ਕਿਹੜੀ ਸਟੇਜ ਤੇ ਖੜੇ ਆ, ਜਾਂ ਤੁਹਾਨੂੰ ਥੋੜਾ ਬਹੁਤਾ ਹੀ ਸਹੀ ਬਟ ਲੋਕ ਜਾਣਦੇ ਹੈਗੇ ਆ। ਔਰ ਬਾਕੀ ਕਿਸਮਤ ਦੀ ਗੱਲ ਹੁੰਦੀ ਆ, ਕੋਈ ਮੇਰੇ ਵਰਗੇ ਰਹਿ ਗਏ ਆ ਜਾਂ ਹਜੇ ਸਟਰਗਲ ਕਰ ਰਿਹਾ, ਕੋਈ ਮੇਰੇ ਨਾਲ ਦੇ ਅੱਜ ਵੱਡੇ ਸਿੰਗਰਾਂ 'ਚ ਬੈਠੇ ਹੋਏ ਨੇ। ਸੋ ਮੇਰੇ ਹਿਸਾਬ ਨਾਲ ਮੇਰੇ ਵੱਲੋਂ ਇਹੀ ਸਾਰਿਆਂ ਨੂੰ ਹਦਾਇਤ ਹੈ ਕਿ ਕਦੀ ਵੀ ਹੋਪ ਨਾ ਛੱਡੋ, ਤੁਹਾਨੂੰ ਟਰਾਈ ਕਰਦੇ ਰਹਿਣਾ ਚਾਹੀਦਾ। ਮੈਂ ਵੀ ਟਰਾਈ ਡੈਫੀਨੇਟਲੀ ਕਰੂੰਗੀ ਜੀ। ਤੇ ਸਾਰੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਲਾਹੀ ਸੋਲ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ, ਕਈ ਨੌਜਵਾਨ ਮੁੰਡੇ ਕੁੜੀਆਂ ਜਾਂਦੇ ਨੇ, ਹਰ ਇੱਕ ਦਾ ਦਾਇਰਾ ਹੁੰਦਾ, ਹਰ ਇੱਕ ਚੀਜ਼ ਤੁਹਾਨੂੰ ਪਹਿਲੀ ਵਾਰ ਜਾ ਕੇ ਨਹੀਂ ਮਿਲ ਜਾਂਦੀ, ਸਟਰਗਲ ਕਰਨਾ ਪੈਂਦਾ। ਸਟਰਗਲ ਕੀਤਾ, 6 ਸਾਲ ਤੋਂ ਸਿੰਗਿੰਗ ਕਰਦੇ ਨੇ, ਵਾਇਸ ਆਫ ਪੰਜਾਬ ਦੇ ਵਿੱਚ ਗਏ, ਪਰ ਉਸ ਤੋਂ ਬਾਅਦ 2019 ਦੇ ਵਿੱਚ ਗਏ, ਜਿਹੜੇ ਫਾਈਨਲ ਜਿੱਤ ਜਾਂਦੇ ਨੇ ਉਹਨਾਂ ਨੂੰ ਤਾਂ ਅੱਗੇ ਪਲੇਟਫਾਰਮ ਮਿਲ ਜਾਂਦਾ ਹੈ। ਪੋਲੀਵੁੱਡ ਜਾਂ ਬੋਲੀਵੁੱਡ ਦੀ ਗੱਲ ਕਰੀਏ, ਉੱਥੇ ਸਿੰਗਿੰਗ ਹੋ ਜਾਂਦੀ ਹੈ, ਪਰ ਜਿਹੜੇ ਰਹਿ ਜਾਂਦੇ ਨੇ ਉਹਨਾਂ ਵਿੱਚ ਦੁਬਾਰਾ ਕਿਸੇ ਦੀ ਹਿੰਮਤ ਵੀ ਨਹੀਂ ਹੁੰਦੀ, ਜਾਂ ਸੋਚਦੇ ਨੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਜਾਂ ਅਸੀਂ ਨਹੀਂ ਜਾਣਾ, ਅੱਗੇ ਜਾ ਕੇ ਸਕੋਪ ਨਹੀਂ ਹੈਗਾ। ਪਰ ਉਹਨਾਂ ਦਾ ਬਣਦਾ ਕੀ ਹੈ? ਇਹ ਮਿਸਾਲ ਨੇ, ਕਹਿ ਦਿੰਦੇ ਵੀ ਕਿਸੇ ਨੇ ਬਾਂਹ ਨਹੀਂ ਫੜੀ। ਹੁਣ ਸ਼ੋਅ ਕਰਦੇ ਨੇ, ਜਿਵੇਂ ਆਸੇ-ਪਾਸੇ ਸੱਭਿਆਚਾਰਕ ਸ਼ੋਅ ਪਿੰਡਾਂ ਵਿੱਚ ਬੁਲਾਉਂਦੇ ਨੇ ਤੇ ਉੱਥੇ ਜਾ ਕੇ ਆਉਂਦੇ ਨੇ। ਹੋਪ ਹੈ, ਆਸ ਹੈ, ਹੁਣ ਵੀ ਕਹਿ ਦਿੰਦੇ ਕਿ ਦੁਬਾਰਾ ਫਿਰ ਮੈਂ ਜਾਵਾਂਗੀ। ਕਈਆਂ ਨੇ ਆਸ ਛੱਡ ਦਿੱਤੀ ਹੈ, ਕੋਈ ਕਹਿ ਰਿਹਾ ਵੀ ਅਸੀਂ ਨਹੀਂ ਜਾਵਾਂਗੇ, ਕੋਈ ਹੁਣ ਕਹਿ ਰਿਹਾ ਹੋਰ ਪ੍ਰੈਕਟਿਸ ਕਰਕੇ ਵਧੀਆ ਅਸੀਂ ਜਾਵਾਂਗੇ ਤਾਂ ਅਸੀਂ ਆਡੀਸ਼ਨ ਜਿੱਤ ਸਕਦੇ ਹਾਂ। ਇਹ ਦੋ ਜ਼ਿੰਦਗੀ ਦੇ ਅਲੱਗ-ਅਲੱਗ ਪਹਿਲੂ ਨੇ। ਜੇ ਜਿੱਤ ਜਾਂਦੇ ਹੋ ਤਾਂ ਤੁਹਾਨੂੰ ਪਲੇਟਫਾਰਮ ਬਹੁਤ ਵੱਡਾ ਮਿਲ ਜਾਂਦਾ। ਜੇ ਨਹੀਂ ਜਿੱਤਦੇ, ਕਈ ਆਸ ਛੱਡਦੇ ਨੇ, ਕਈ ਆਸ ਦੇ ਨਾਲ ਸਿੰਗਿੰਗ ਵੀ ਛੱਡ ਦਿੰਦੇ ਨੇ ਵੀ ਅਸੀਂ ਹੁਣ ਨਹੀਂ ਜਾਣਾ, ਹੋਰ ਕੀ ਕੰਮ ਕਰਕੇ ਦੇਖ ਲਈਏ। ਤਾਂ ਮਕਸਦ ਇਹੀ ਸੀ, ਜਿੰਨਾ ਵੀ ਤੁਸੀਂ ਅੱਗੇ ਜਾ ਕੇ ਪਾਰਟਿਸਿਪੇਟ ਕਰੋਗੇ, ਸਟਰਗਲ ਤਾਂ ਕਰਨਾ ਪੈਣੀ ਹੈ, ਨਾਲ ਦੀ ਨਾਲ ਤੁਹਾਨੂੰ ਪਰਫਾਰਮੈਂਸ ਵੀ ਹੋਰ ਵਧੀਆ ਦਿਖਾਉਣੀ ਪੈਣੀ ਹੈ। ਆਪਦੇ ਅਲੱਗ-ਅਲੱਗ ਤਰੀਕੇ ਨੇ, ਅਲੱਗ-ਅਲੱਗ ਸਭ ਦੀਆਂ ਇੱਛਾਵਾਂ ਵੀ ਹੁੰਦੀਆਂ ਨੇ, ਪਰ ਇੱਛਾ ਕਦੀ ਸਭ ਦੀ ਪੂਰੀ ਨਹੀਂ ਹੁੰਦੀ। ਪੂਰੀ ਉਸ ਦੀ ਹੁੰਦੀ ਹੈ ਜੋ ਜ਼ਿਆਦਾ ਮਿਹਨਤ ਕਰਦਾ ਤੇ ਜ਼ਿਆਦਾ ਵਧੀਆ ਪਰਫਾਰਮ ਕਰਦਾ ਹੈ।